ਹੈਲੋ ਪਿਆਰੇ ਬੱਚਿਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਮਾਤ ਪੰਜਵੀਂ ਦੇ ਸਮੂਹ ਵਿਦਿਆਰਥੀਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਈ ਥਿੰਕ 'ਤੇ। ਅੱਜ ਦਾ ਵੀਡੀਓ ਸਵਾਗਤ ਜ਼ਿੰਦਗੀ ਲੈ ਕੇ ਮੈਂ ਹਾਜ਼ਰ ਹਾਂ। ਜਿਵੇਂ ਪਿਆਰੇ ਬੱਚੇ ਜਾਣਦੇ ਨੇ, ਪਿਛਲੀ ਵੀਡੀਓ ਵਿੱਚ ਅਸੀਂ ਤੰਦਰੁਸਤੀ ਸਫਾਈ ਬਾਰੇ ਗੱਲ ਸ਼ੁਰੂ ਕੀਤੀ ਸੀ, ਜਿਸ ਵਿੱਚ ਅਸੀਂ ਵੇਖਿਆ ਸੀ ਕਿ ਕੀਟਾਣੂ ਜਿਹੜੇ ਨੇ ਉਹ ਕਿਵੇਂ ਫੈਲਦੇ ਨੇ, ਕੀਟਾਣੂ ਫੈਲਣ ਦੇ ਰਸਤੇ ਕਿਹੜੇ ਕਿਹੜੇ ਨੇ। ਉਹਦੇ ਵਿੱਚ ਅਸੀਂ ਦੇਖਿਆ ਸੀ ਕਿ 5 ਤਰੀਕੇ ਨੇ ਜਿਨ੍ਹਾਂ ਨਾਲ ਇਹ ਕੀਟਾਣੂ ਬੜੀ ਆਸਾਨੀ ਨਾਲ ਆਪਣਾ ਰਸਤਾ ਜਿਹੜਾ ਬਣਾ ਲੈਂਦੇ ਨੇ, ਇੱਕ ਵਸਤੂ ਤੋਂ ਦੂਜੀ ਵਸਤੂ ਤੱਕ, ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਇਹ ਕੀਟਾਣੂ ਜਿਹੜੇ ਨੇ ਪਹੁੰਚ ਜਾਂਦੇ ਨੇ। ਜਿਨ੍ਹਾਂ ਵਿੱਚੋਂ ਪਹਿਲਾਂ ਅਸੀਂ ਦੇਖਿਆ ਸੀ ਕਿ ਨੱਕ ਮੂੰਹ ਹੱਥਾਂ ਰਾਹੀਂ ਜਿਹੜਾ ਹੈ, ਅੱਖਾਂ ਤੋਂ ਸੁੰਘਣ ਖੰਘਣ ਛਿੱਕਣ ਰਾਹੀਂ ਵੀ ਇਹ ਕੀਟਾਣੂ ਫੈਲ ਜਾਂਦੇ ਨੇ। ਨੰਬਰ 2 'ਤੇ ਜਿਹੜਾ ਬਿਮਾਰ ਵਿਅਕਤੀ ਹੈ, ਉਸ ਦਾ ਪਖਾਨਾ ਹੈ, ਲੈਟਰਿਨ ਹੈ, ਉਸ 'ਤੇ ਬੈਠੀਆਂ ਮੱਖੀਆਂ ਅਤੇ ਉਸ ਦੀ ਬਦਬੂ ਤੋਂ ਵੀ ਇਹ ਬਿਮਾਰੀਆਂ ਜਿਹੜੀਆਂ ਨੇ ਕੀਟਾਣੂ ਅੱਗੇ ਫੈਲ ਸਕਦੇ ਨੇ। ਇਸ ਤੋਂ ਇਲਾਵਾ ਅਸੀਂ ਦੇਖਿਆ ਸੀ ਕਿ ਹੱਥਾਂ ਤੋਂ ਭੋਜਨ ਤੱਕ, ਜਦੋਂ ਹੱਥ ਸਾਡੇ ਗੰਦੇ ਹੁੰਦੇ ਨੇ ਅਤੇ ਅਸੀਂ ਉਹਨਾਂ ਹੱਥਾਂ ਨਾਲ ਹੀ ਭੋਜਨ ਪਦਾਰਥ ਜਿਹੜੇ ਨੇ ਉਹ ਛੂਹ ਲੈਂਦੇ ਹਾਂ, ਉਹਨਾਂ ਨਾਲ ਵੀ ਇਹ ਕੀਟਾਣੂ ਅੱਗੇ ਆਪਣੀ ਲੜੀ ਤੋਰ ਲੈਂਦੇ ਨੇ। ਚੌਥੀ ਆਪਾਂ ਗੱਲ ਦੇਖੀ ਸੀ ਕਿ ਜਿਹੜੇ ਕੱਚੇ ਭੋਜਨ ਆ ਉਹਨਾਂ ਰਾਹੀਂ ਵੀ ਅਸੀਂ ਇਹ ਕੀਟਾਣੂ ਅੱਗੇ ਲੈ ਕੇ ਜਾਂਦੇ ਹਾਂ, ਕਿਉਂਕਿ ਕੱਚੇ ਭੋਜਨਾਂ 'ਤੇ ਲੱਗੇ ਹੋਏ ਕੀਟਾਣੂ ਜਦੋਂ ਅਸੀਂ ਸਾਫ਼ ਨਹੀਂ ਕਰਦੇ, ਉਸੇ ਤਰ੍ਹਾਂ ਉਸ ਨੂੰ ਕੱਚਿਆਂ ਹੀ ਖਾ ਲੈਂਦੇ ਹਾਂ ਤਾਂ ਉਹ ਕੀਟਾਣੂ ਸਾਡੇ ਅੰਦਰ ਚਲੇ ਜਾਂਦੇ ਨੇ। ਇਸ ਤਰ੍ਹਾਂ ਹੀ ਜਾਨਵਰਾਂ ਤੋਂ ਭੋਜਨ ਤੱਕ ਅਸੀਂ ਜਾਨਵਰਾਂ ਨੂੰ ਛੂਹਦੇ ਹਾਂ। ਜਦੋਂ ਜਾਨਵਰਾਂ ਨੂੰ ਛੂਹਦੇ ਹਾਂ ਤਾਂ ਉਹਨਾਂ ਦੇ ਵਾਲਾਂ ਉੱਪਰ ਲੱਗੇ ਹੋਏ ਕੀਟਾਣੂ ਸਾਡੇ ਹੱਥਾਂ 'ਤੇ ਲੱਗ ਜਾਂਦੇ ਨੇ। ਉਹਨਾਂ ਹੱਥਾਂ ਨਾਲ ਹੀ ਅਸੀਂ ਵਸਤੂਆਂ, ਚੀਜ਼ਾਂ, ਪਦਾਰਥ, ਭੋਜਨ ਖਾ ਲੈਂਦੇ ਹਾਂ। ਉਹਨਾਂ ਨਾਲ ਇਹ ਕੀਟਾਣੂ ਜਿਹੜੇ ਨੇ ਅੱਗੇ ਚਲੇ ਜਾਂਦੇ ਨੇ। ਅੱਜ ਅਸੀਂ ਦੇਖਾਂਗੇ ਬੇਟਾ ਪੇਜ ਨੰਬਰ 3 ਤੋਂ ਅੱਗੇ, ਪੇਜ ਨੰਬਰ 3 ਤੋਂ ਸ਼ੁਰੂ ਕਰਾਂਗੇ। ਆਓ ਸ਼ੁਰੂ ਕਰਦੇ ਹਾਂ। ਸਵਾਗਤ ਕਰਦੇ ਹਾਂ ਤੁਹਾਡਾ, ਤੁਹਾਡੇ ਮਾਤਾ ਪਿਤਾ, ਸਤਿਕਾਰਯੋਗ ਅਧਿਆਪਕ ਸਾਥੀਆਂ ਦਾ। ਆਓ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤੁਹਾਡੇ ਸਾਹਮਣੇ ਬੇਟਾ ਪੇਜ ਨੰਬਰ 3 'ਤੇ ਸਵਾਗਤ ਜ਼ਿੰਦਗੀ ਦੀ ਪੁਸਤਕ 'ਤੇ ਇੱਕ ਸਰਟੀਫਿਕੇਟ ਦਿੱਤਾ ਹੋਇਆ ਹੈ। ਤੁਸੀਂ ਵੀ ਇਹ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ। ਕਿਵੇਂ ਪ੍ਰਾਪਤ ਕਰਨਾ ਹੈ? ਇਹ ਸਾਰਾ ਕੁਝ ਕਰਕੇ, ਉਹ ਤੁਹਾਨੂੰ ਮੈਂ ਦੱਸਦਾ ਹਾਂ ਕਿ ਮਨਕਰਨ ਨੂੰ ਇਹ ਸਰਟੀਫਿਕੇਟ ਮਿਲਿਆ ਹੈ ਕਿਉਂਕਿ ਉਸਨੇ ਇਹ ਸਭ ਕਰ ਲਿਆ ਹੈ। ਤੁਸੀਂ ਵੀ ਅਜਿਹਾ ਸਰਟੀਫਿਕੇਟ ਲੈਣਾ ਚਾਹੁੰਦੇ ਹੋ ਤਾਂ ਇਹ ਕਰ ਸਕਦੇ ਹੋ। ਜਿਵੇਂ ਮਨਕਰਨ ਹੈ ਨਾਂ ਉਸਦਾ, ਬੱਚੇ ਦਾ, ਜੋ 5ਵੀਂ ਜਮਾਤ ਦਾ ਵਿਦਿਆਰਥੀ ਹੈ। ਸਭ ਤੋਂ ਪਹਿਲਾਂ ਉਸਨੇ ਕੀ ਕੰਮ ਕੀਤਾ? ਸਭ ਤੋਂ ਪਹਿਲਾਂ ਉਸਨੇ ਆਪਣੇ ਹੱਥਾਂ ਨੂੰ ਸਮੇਂ-ਸਮੇਂ 'ਤੇ ਉਹ ਧੋਂਦਾ ਰਹਿੰਦਾ ਹੈ, ਜਿਸ ਕਰਕੇ ਉਹ ਬਿਮਾਰ ਨਹੀਂ ਹੁੰਦਾ। ਕੀ ਤੁਸੀਂ ਇਹ ਕਰ ਲਿਆ ਹੈ? ਅਗਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਪਹਿਲੀ ਸ਼ਰਤ ਸਰਟੀਫਿਕੇਟ ਨੂੰ ਪਾਉਣ ਦੀ ਤੁਸੀਂ ਪੂਰੀ ਕਰ ਲਈ ਹੈ। ਇਸੇ ਤਰ੍ਹਾਂ ਹੀ ਇਹ ਸਰਟੀਫਿਕੇਟ ਕਿਹਦੇ ਬਾਰੇ ਹੈ? ਕਿ ਮੈਂ ਕੀਟਾਣੂ ਮੁਕਤ ਹਾਂ, ਇਹ ਯਾਦ ਰੱਖਣਾ ਹੈ। ਇਹ ਸਰਟੀਫਿਕੇਟ ਪੜ੍ਹਨ ਦਾ ਨਹੀਂ ਹੈ, ਸਮਝਣ ਦਾ ਹੈ, ਲਾਗੂ ਕਰਨ ਦਾ ਹੈ, ਮੰਨਣ ਦਾ ਹੈ, ਜ਼ਿੰਦਗੀ ਦੇ ਵਿੱਚ ਕਦਰਾਂ ਕੀਮਤਾਂ ਨੂੰ ਅਪਣਾਉਣ ਦਾ ਹੈ, ਚੰਗੀਆਂ ਆਦਤਾਂ ਨੂੰ ਅਪਣਾਉਣ ਦਾ ਹੈ। ਅਗਲੀ ਗੱਲ, ਮੈਂ ਹਰ ਰੋਜ਼ ਨਹਾਉਂਦਾ ਹਾਂ। ਅਗਰ ਤੁਸੀਂ ਹਰ ਰੋਜ਼ ਨਹਾਉਂਦੇ ਹੋ ਤਾਂ ਸਮਝੋ ਕਿ ਤੁਸੀਂ ਇਹ ਸ਼ਰਤ ਜਿਹੜੀ ਹੈ ਪੂਰੀ ਕਰ ਲਈ ਹੈ। ਦੂਸਰਾ ਸਟੈਪ ਤੁਸੀਂ ਕੰਪਲੀਟ ਕਰ ਚੁੱਕੇ ਹੋ। ਇਸ ਤਰ੍ਹਾਂ ਹੀ ਮੈਂ ਸਾਫ਼ ਸੁਥਰੇ ਕੱਪੜੇ ਪਾਉਂਦਾ ਹਾਂ। ਅਗਰ ਤੁਸੀਂ ਨਹਾ ਧੋ ਕੇ ਸਾਫ਼ ਸੁਥਰੇ ਕੱਪੜੇ ਪਾਉਂਦੇ ਹੋ ਤਾਂ ਤੀਸਰੀ ਸ਼ਰਤ ਜਿਹੜੀ ਹੈ ਪੂਰੀ ਕਰਦੇ ਹੋ। ਇਸ ਤੋਂ ਅਗਲੀ ਗੱਲ, ਮੈਂ ਆਪਣੇ ਦੰਦ ਚੰਗੀ ਤਰ੍ਹਾਂ ਸਾਫ਼ ਕਰਦਾ ਹਾਂ ਅਤੇ ਦਿਨ ਵਿੱਚ 2 ਵਾਰੀ ਸਾਫ਼ ਕਰਦਾ ਹਾਂ। ਬੇਸ਼ੱਕ ਇੱਥੇ ਨਹੀਂ ਲਿਖਿਆ, ਪਰ ਦਿਨ ਵਿੱਚ ਸਵੇਰ ਔਰ ਸ਼ਾਮ ਨੂੰ ਦੰਦ ਸਾਫ਼ ਕਰਨੇ ਜ਼ਰੂਰੀ ਹੈ। ਅਗਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਸ਼ਰਤ ਨੰਬਰ ਜਿਹੜੀ 4 ਹੈ ਉਸ ਨੂੰ ਵੀ ਪੂਰਾ ਕਰ ਲੈਂਦੇ। ਸ਼ਰਤ ਨੰਬਰ 5 ਕੀ ਹੈ? ਕਿ ਮੇਰਾ ਘਰ ਅਤੇ ਆਲਾ ਦੁਆਲਾ ਸਾਫ਼ ਸੁਥਰਾ ਹੈ। ਤੁਸੀਂ ਦੇਖਣਾ ਹੈ ਕਿ ਮੇਰਾ ਘਰ ਜਿਹੜਾ ਹੈ, ਤੁਸੀਂ ਆਪਣੀ ਸਫਾਈ 'ਤੇ ਨਹਾ ਧੋ ਕੇ ਕਰ ਲਈ, ਸੋਹਣੇ ਕੱਪੜੇ ਪਾ ਲਏ, ਆਪਣੇ ਘਰ ਨੂੰ ਕੀਟਾਣੂ ਮੁਕਤ ਕਰਨਾ ਹੈ, ਝਾੜ ਝੰਬ ਕਰਨੀ ਹੈ, ਝਾੜੂ ਪੋਚਾ ਕਰਨਾ ਹੈ, ਸਫਾਈ ਰੱਖਣੀ ਹੈ। ਅਗਰ ਤੁਸੀਂ ਇਹ ਕੰਮ ਕਰ ਲਿਆ ਹੈ
ਤੁਹਾਡਾ ਘਰ ਬਿਲਕੁਲ ਸਾਫ਼ ਸੁਥਰਾ ਹੈ ਤਾਂ ਤੁਸੀਂ ਚੌਥੀ ਪੰਜਵੀਂ ਜਿਹੜੀ ਕੁਆਲਿਟੀ ਹੈ ਵੀ ਤੁਹਾਡੇ ਵਿੱਚ ਆ ਗਈ। ਤੁਸੀਂ ਇਸ ਸ਼ਰਤ ਨੂੰ ਵੀ ਪੂਰਾ ਕਰ ਲਿਆ ਹੈ। ਇਸ ਤੋਂ ਇਲਾਵਾ ਛੇਵੀਂ ਗੱਲ, ਮੈਂ ਫਲ ਅਤੇ ਸਬਜ਼ੀਆਂ ਨੂੰ ਧੋ ਕੇ ਖਾਂਦਾ ਹਾਂ। ਕੀ ਤੁਸੀਂ ਇਗਨੋਰ ਤਾਂ ਨਹੀਂ ਕਰਦੇ, ਫਟਾਫਟ ਕੱਚੀਆਂ ਸਬਜ਼ੀਆਂ ਅਤੇ ਫਲਾਂ ਨੂੰ ਆਪਣੇ ਮੂੰਹ 'ਚ ਫਟਾਫਟ ਪਾ ਕੇ ਖਾਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਧੋ ਕੇ ਖਾਂਦੇ ਹੋ, ਕੀਟਾਣੂ ਮੁਕਤ ਕਰਕੇ ਉਸ ਨੂੰ ਖਾਂਦੇ ਹੋ। ਅਗਰ ਇਸ ਤਰ੍ਹਾਂ ਤੁਸੀਂ ਕਰਦੇ ਹੋ ਤਾਂ ਤੁਸੀਂ ਛੇਵੀਂ ਸ਼ਰਤ ਜਿਹੜੀ ਹੈ ਉਹ ਵੀ ਪੂਰੀ ਕਰ ਲਈ ਹੈ। ਸੋ ਅਗਰ ਇਹ ਸਾਰੀਆਂ ਸ਼ਰਤਾਂ ਤੁਸੀਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਇਹ ਬਣਿਆ ਹੋਇਆ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ। ਹੁਣ ਤੁਸੀਂ ਕਹੋਗੇ ਕਿ ਅਸੀਂ ਇਹ ਸਰਟੀਫਿਕੇਟ ਲੈ ਕੇ ਕੀ ਕਰਨਾ ਹੈ, ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਮਨਾਂ 'ਚ ਸਵਾਲ ਆਇਆ ਹੋਏਗਾ ਕਿ ਇਹ ਸਰਟੀਫਿਕੇਟ ਲੈ ਕੇ ਅਸੀਂ ਕੀ ਕਰਨਾ ਹੈ। ਤਾਂ ਬੱਚਿਓ, ਇਹ ਸਰਟੀਫਿਕੇਟ ਤੁਹਾਡੀ ਸੁਰੱਖਿਆ ਦਾ ਸਰਟੀਫਿਕੇਟ ਹੈ, ਤੁਹਾਡੀ ਮਾਣ, ਤੁਹਾਡੇ ਸਨਮਾਨ, ਤੁਹਾਡੇ ਦੁਆਰਾ ਪ੍ਰਾਪਤ ਕਦਰਾਂ ਕੀਮਤਾਂ ਦਾ ਹੈ। ਤੁਸੀਂ ਕਦੇ ਵੀ ਡਾਕਟਰ ਕੋਲ ਨਹੀਂ ਜਾਓਗੇ, ਇਹ ਸਰਟੀਫਿਕੇਟ ਹੈ। ਕਦੀ ਤੁਸੀਂ ਸੁਣਿਆ ਹੈ ਕਿ ਕਦੀ ਕਿਸੇ ਡਾਕਟਰ ਨੇ ਕਿਹਾ ਹੋਵੇ ਕਿ ਆਹ ਲਓ ਸਰਟੀਫਿਕੇਟ, ਹੁਣ ਤੁਹਾਨੂੰ ਕਿਸੇ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਇਹ ਸਰਟੀਫਿਕੇਟ, ਇਹ ਕਦਰਾਂ ਕੀਮਤਾਂ, ਇਹ ਚੰਗੀਆਂ ਗੱਲਾਂ ਤੁਸੀਂ ਖੁਦ ਕ੍ਰੀਏਟ ਕਰ ਸਕਦੇ ਹੋ, ਪ੍ਰਾਪਤ ਕਰ ਸਕਦੇ ਹੋ ਇਸ ਸਰਟੀਫਿਕੇਟ ਦੇ ਰੂਪ ਵਿੱਚ। ਇਹ ਸਰਟੀਫਿਕੇਟ ਜਿਹੜਾ ਹੈ ਇੱਕ ਤੁਹਾਨੂੰ ਸੰਕੇਤ ਹੈ ਕਿ ਤੁਸੀਂ ਇੱਕ ਸਵੱਛ ਅਤੇ ਕੀਟਾਣੂ ਮੁਕਤ ਜ਼ਿੰਦਗੀ ਜਿਹੜੀ ਹੈ ਉਸ ਵੱਲ ਅਗਰਸਰ ਹੋ ਗਏ ਹੋ, ਉਸ ਵੱਲ ਚੱਲ ਪਏ ਹੋ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੰਨੇ ਤਾਕਤਵਰ, ਨਿਰੋਗ ਬਣ ਜਾਓਗੇ ਕਿ ਬਿਮਾਰੀਆਂ ਕਦੀ ਵੀ ਤੁਹਾਡੇ ਨੇੜੇ ਨਹੀਂ ਆਉਣਗੀਆਂ। ਸੋ ਇਹਨਾਂ ਗੱਲਾਂ 'ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਹੁਣ ਇੱਕ ਕਿਰਿਆ ਹੈ ਬੇਟਾ, ਸਕੂਲ ਦੇ ਵਿੱਚ ਤੁਸੀਂ ਇਹ ਕਰਨੀ ਹੈ। ਕਿਰਿਆ ਕੀ ਹੈ, ਧਿਆਨ ਨਾਲ ਸੁਣੋ, ਪੜ੍ਹ ਵੀ ਸਕਦੇ ਹੋ, ਇੱਥੇ ਦਿੱਤਾ ਹੋਇਆ ਹੈ ਕਿ ਤੁਸੀਂ ਇੱਕ ਗੋਲ ਚੱਕਰ ਬਣਾਉਣਾ ਹੈ ਆਪਣੀ ਕਲਾਸ ਦਾ। ਆਪਣੇ ਹੱਥ ਦੇ ਉੱਤੇ ਟੈਲਕਮ ਪਾਊਡਰ ਲਗਾ ਲੈਣਾ ਹੈ। ਪਾਊਡਰ ਲਗਾ ਲਓ, ਜਾਂ ਅਗਰ ਪਾਊਡਰ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ, ਤੁਸੀਂ ਬਲੈਕ ਬੋਰਡ 'ਤੇ, ਗ੍ਰੀਨ ਬੋਰਡ 'ਤੇ ਚੌਕ ਲੱਗਾ ਹੁੰਦਾ ਵਾਈਟ ਕਲਰ ਦਾ, ਚੰਗੀ ਤਰ੍ਹਾਂ ਉਸ 'ਤੇ ਹੱਥ ਫੇਰੋ, ਤੁਹਾਡਾ ਹੱਥ ਚਿੱਟਾ ਹੋ ਜਾਏਗਾ। ਚਿੱਟਾ ਹੋਣ ਤੋਂ ਬਾਅਦ, ਕਿਉਂਕਿ ਮੈਂ ਇਸ ਤਰ੍ਹਾਂ ਹੀ ਕੀਤਾ ਸੀ, ਕਿਉਂਕਿ ਟੈਲਕਮ ਪਾਊਡਰ ਮੌਜੂਦ ਨਹੀਂ ਹੁੰਦਾ ਕਈ ਵਾਰੀ, ਤੁਸੀਂ ਚੌਕ ਲਗਾ ਸਕਦੇ ਹੋ। ਬਾਅਦ ਵਿੱਚ ਸਾਬਣ ਨਾਲ ਹੱਥ ਧੋ ਸਕਦੇ ਹੋ। ਕਿਰਿਆ ਕਰਨ ਤੋਂ ਬਾਅਦ ਸਾਰੇ ਬੱਚਿਆਂ ਦੇ ਹੱਥ ਧੋ ਸਕਦੇ ਹੋ। ਗੋਲ ਦਾਇਰਾ, ਇੱਕ ਗੋਲ ਚੱਕਰ ਬਣਾ ਲੈਣਾ ਹੈ। ਔਰ ਜਿਹੜੇ ਬੱਚੇ ਨੇ ਆਪਣੇ ਹੱਥ 'ਤੇ ਚੌਕ ਲਗਾਇਆ ਹੈ ਗ੍ਰੀਨ ਬੋਰਡ, ਬਲੈਕ ਬੋਰਡ ਤੋਂ, ਉਸ ਨੂੰ ਚੱਕਰ ਵਿੱਚ ਖੜੇ ਪਹਿਲੇ ਬੱਚੇ 'ਤੇ ਲਗਾ ਦੇਣਾ ਹੈ। ਇਸ ਤਰ੍ਹਾਂ ਉਸ ਨੂੰ ਕਹਿਣਾ ਹੈ ਕਿ ਤੂੰ ਅਗਲੇ ਬੱਚੇ ਨੂੰ ਲਗਾ, ਫਿਰ ਅਗਲੇ ਬੱਚੇ ਨੂੰ, ਫਿਰ ਅਗਲੇ ਬੱਚੇ ਨੂੰ, ਸਾਰਾ ਚੱਕਰ ਇਸ ਤਰ੍ਹਾਂ ਪੂਰਾ ਕਰ ਲੈਣਾ ਹੈ। ਇਸ ਦਾ ਕੀ ਮਤਲਬ ਹੋਏਗਾ? ਇਹ ਇੱਕ ਸੰਕੇਤ ਹੈ ਕਿ ਕੀਟਾਣੂ ਕਿਸ ਤਰ੍ਹਾਂ ਫੈਲਦੇ ਨੇ। ਜਿਸ ਤਰ੍ਹਾਂ ਇੱਕ ਬੱਚੇ ਤੋਂ ਦੂਸਰੇ ਬੱਚੇ ਤੱਕ ਇਹ ਕੀਟਾਣੂ ਫੈਲਣਗੇ, ਇਹ ਚਾਕ ਦੇ ਰੂਪ ਵਿੱਚ, ਚਾਕ ਵਿੱਚ ਵੀ ਕੀਟਾਣੂ ਨੇ, ਬੇਸ਼ੱਕ ਕੀਟਾਣੂ ਨੇ। ਔਰ ਇੱਕ ਸੰਕੇਤ ਵੀ ਹੈ, ਤੁਸੀਂ ਸਿੱਖ ਜਾਓਗੇ ਕਿ ਕੀਟਾਣੂ ਇਸ ਤਰ੍ਹਾਂ ਫੈਲਦੇ ਨੇ। ਸੋ ਸਾਰੇ ਬੱਚਿਆਂ ਦੇ ਹੱਥ ਦੇਖੋਗੇ ਇਸ ਤਰ੍ਹਾਂ ਹੀ। ਜਦੋਂ ਅਸੀਂ ਕਿਸੇ ਨੂੰ ਛੂਹਦੇ ਹਾਂ, ਹੱਥ ਮਿਲਾਉਂਦੇ ਹਾਂ, ਕਿਸੇ ਦੇ ਨਾਲ ਬੈਠਦੇ ਹਾਂ, ਕਰੋਨਾ ਵਾਇਰਸ ਚੱਲਦੇ ਹਾਂ, ਇਹ ਸਾਡੀ ਇੱਕ ਬੜੀ ਸੋਹਣੀ ਵਿਧੀ ਹੈ ਜਿਸ ਤਰ੍ਹਾਂ ਬੱਚੇ ਸਿੱਖ ਸਕਦੇ ਹੈ। ਤੁਸੀਂ ਆਪਣੇ ਅਧਿਆਪਕਾਂ ਨੂੰ ਕਹਿ ਕੇ ਇਹ ਕਿਰਿਆ ਕਰਵਾ ਸਕਦੇ ਹੋ, ਉਹ ਵੀ ਤੁਹਾਨੂੰ ਕਰਵਾਉਣਗੇ। ਇਸ ਤਰ੍ਹਾਂ ਤੁਸੀਂ ਇਹ ਕਿਰਿਆ ਕਰੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਕੀਟਾਣੂ ਕਿਵੇਂ ਫੈਲਦੇ ਨੇ। ਜਿਵੇਂ ਜਿਵੇਂ ਹੱਥ ਚਿੱਟੇ ਹੁੰਦੇ ਜਾਣਗੇ ਤੁਹਾਡੇ, ਸਮਝੋ ਕਿ ਇਸ ਤਰ੍ਹਾਂ ਕੀਟਾਣੂ ਜਿਹੜੇ ਨੇ ਅੱਗੇ ਫੈਲਦੇ ਨੇ। ਹੁਣ ਖਾਲੀ ਥਾਵਾਂ ਨੇ, ਪੇਜ ਨੰਬਰ ਸਾਡੇ ਕੋਲ 4 ਹੈ। ਪੇਜ ਨੰਬਰ 4 'ਤੇ ਦੇਖਣਾ ਹੈ, ਖਾਲੀ ਥਾਵਾਂ ਭਰਨੀਆਂ ਨੇ। ਕੀਟਾਣੂ ਅਕਸਰ ਡੈਸ਼ ਰਾਹੀਂ ਫੈਲਦੇ ਹਨ। ਕਿਹਦੇ ਰਾਹੀਂ ਫੈਲਦੇ ਬੇਟਾ? ਹੁਣੇ ਆਪਾਂ ਸਿੱਖਿਆ ਹੱਥਾਂ ਰਾਹੀਂ। ਚਾਕ ਵਾਲੀ ਵਿਧੀ ਤੁਹਾਨੂੰ ਦੱਸੀ ਹੈ, ਜਾਂ ਟੈਲਕਮ ਪਾਊਡਰ ਵਾਲੀ, ਕੋਈ ਵੀ ਦੁਹਰਾ ਸਕਦੇ ਹੋ। ਅਗਰ ਪਾਊਡਰ ਮੌਜੂਦ ਹੈ ਤਾਂ ਲੈ ਸਕਦੇ ਹੋ। ਹੱਥਾਂ ਰਾਹੀਂ ਬੇਟਾ ਕੀਟਾਣੂ ਜਿਹੜੇ ਨੇ ਫੈਲਦੇ ਨੇ। ਸੌਰੀ, ਮੈਂ ਅੱਖਾਂ 'ਤੇ ਟਿਕ ਕੀਤਾ, ਆਈ ਐਮ ਰੀਅਲੀ ਵੈਰੀ ਸੌਰੀ। ਹੱਥਾਂ 'ਤੇ ਟਿਕ ਕਰਨਾ, ਹੱਥਾਂ ਰਾਹੀਂ ਫੈਲਦੇ ਨੇ। ਦੂਸਰਾ ਹੈ, ਖੰਘਣ ਛਿੱਕਣ ਸਮੇਂ ਡੈਸ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਹਮੇਸ਼ਾ ਬੇਟਾ ਬਹੁਤ ਚਿਰ ਤੋਂ ਅਧਿਆਪਕ ਦੱਸਦੇ ਆਏ ਨੇ ਤੁਹਾਨੂੰ, ਤੁਹਾਡੇ ਮਾਤਾ ਪਿਤਾ ਵੀ ਨਾਲ ਤੁਹਾਨੂੰ ਦੱਸਦੇ ਨੇ ਕਿ ਰੁਮਾਲ ਦੀ ਵਰਤੋਂ ਕਰਨੀ ਹੈ। ਜਦੋਂ ਵੀ ਛਿੱਕ ਆਉਂਦੀ ਹੈ ਤਾਂ ਅਸੀਂ ਰੁਮਾਲ ਨੂੰ ਆਪਣੇ ਨੱਕ ਉੱਪਰ ਰੱਖਣਾ ਹੈ, ਕਿਉਂਕਿ ਛਿੱਕ ਦੇ ਰੂਪ ਵਿੱਚ ਛੋਟੇ ਛੋਟੇ
ਬੂੰਦਾਂ ਜਿਹੜੀਆਂ ਪਾਣੀ ਦੀਆਂ ਨੇ ਉਹ ਜਦੋਂ ਸਾਡੇ ਆਲੇ ਦੁਆਲੇ 1 ਤੋਂ 1.5 ਮੀਟਰ ਦੇ ਵਿੱਚ ਡਿੱਗਦੀਆਂ ਨੇ ਤਾਂ ਉਹ ਵੀ ਕੀਟਾਣੂ ਫੈਲਾਉਂਦੀਆਂ ਨੇ। ਅੱਗੇ ਹੈ ਪਖਾਨੇ ਤੋਂ ਬਾਅਦ ਚੰਗੀ ਤਰ੍ਹਾਂ ਸਾਬਣ ਨਾਲ, ਮਿੱਟੀ ਨਾਲ ਹੱਥ ਨਹੀਂ ਧੋਣੇ, ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ। ਚੰਗੀ ਤਰ੍ਹਾਂ ਹੱਥ ਜਿਹੜੇ ਨੇ ਸਾਬਣ ਨਾਲ ਸਾਫ਼ ਕਰਨੇ ਚਾਹੀਦੇ ਹਨ। ਚੌਥਾ ਹੈ ਕੀਟਾਣੂ ਜਾਨਵਰਾਂ ਤੋਂ ਭੋਜਨ ਤੱਕ ਕਿਵੇਂ ਪਹੁੰਚਦੇ ਨੇ? ਛੂਹਣ ਨਾਲ। ਕਿਉਂਕਿ ਜਦੋਂ ਅਸੀਂ ਜਾਨਵਰਾਂ ਨੂੰ ਟੱਚ ਕਰਦੇ ਹਾਂ, ਛੂਹਦੇ ਹਾਂ, ਕੀਟਾਣੂ ਮੁਕਤ ਸਾਡੇ ਹੱਥ ਹੋ ਜਾਂਦੇ ਨੇ, ਕੀਟਾਣੂ ਯੁਕਤ ਸਾਡੇ ਹੱਥ ਹੋ ਜਾਣੇ ਨੇ, ਭਰ ਜਾਂਦੇ ਨੇ ਕੀਟਾਣੂ ਨਾਲ। ਔਰ ਉਹੀ ਕੀਟਾਣੂ ਜਿਹੜੇ ਅਸੀਂ ਕੱਚੀਆਂ ਸਬਜ਼ੀਆਂ ਫਲਾਂ ਖਾਣੇ 'ਤੇ ਜਦੋਂ ਲਗਾਉਂਦੇ ਹਾਂ ਤਾਂ ਕੀਟਾਣੂ ਉੱਥੇ ਚਲੇ ਜਾਂਦੇ ਨੇ। ਸੋ ਇਸੀ ਬੇਟਾ ਖਾਲੀ ਥਾਵਾਂ ਅੱਗੇ ਅਸੀਂ ਟਿਕ ਮਾਰਕ ਕਰਾਂਗੇ, ਉਹ ਨੈਕਸਟ ਵੀਡੀਓ 'ਚ ਕਰਾਂਗੇ। ਅੱਜ ਤੱਕ ਜਿੰਨੀਆਂ ਗੱਲਾਂ ਤੁਹਾਨੂੰ ਦੱਸੀਆਂ ਗਈਆਂ ਨੇ ਇਸ ਵੀਡੀਓ ਵਿੱਚ, ਇਸ ਨੂੰ ਯਾਦ ਰੱਖਣਾ ਹੈ ਕਿ ਸਰਟੀਫਿਕੇਟ ਪ੍ਰਾਪਤ ਕਰਨ ਲਈ ਕਿਹੜਾ ਸਰਟੀਫਿਕੇਟ? ਕਦਰਾਂ ਕੀਮਤਾਂ ਦਾ, ਸਵੱਛਤਾ ਦਾ, ਚੰਗੀਆਂ ਗੱਲਾਂ ਦਾ, ਬੁੱਧੀ ਜੀਵਕਾ ਦਾ, ਚੰਗੇ ਗੁਣਾਂ ਦਾ, ਚੰਗੀ ਸਫਾਈ ਦਾ, ਸਫਾਈ ਰੱਖਣ ਦੀ ਵਿਧੀ ਦਾ। ਤੁਸੀਂ ਇਹ ਗੱਲਾਂ 'ਤੇ ਅਮਲ ਕਰ ਸਕਦੇ ਹੋ। ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਆਪਣਾ ਧਿਆਨ ਰੱਖਿਓ। ਲਗਾਤਾਰ ਸਕੂਲਾਂ ਵਿੱਚ ਜਾਓ, ਦੁਹਰਾਈਆਂ ਕਰੋ, ਐਗਜ਼ਾਮ ਦੀ ਤਿਆਰੀ ਕਰੋ ਔਰ ਨਾਲ ਦੀ ਨਾਲ ਸਵੱਛਤਾ ਨੂੰ ਜ਼ਰੂਰ ਅਪਣਾਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।